जी आए प्यारे विद्यार्थियों 10th क्लास दी इंग्लिश दी बुक इंग्लिश मेन कोर्स बुक लैसन नंबर 6 दी होम कमिंग उस लैसन के क्वेश्चन आंसर्स पार्ट 1 शॉर्ट आंसर टाइप क्वेश्चन इस वीडियो करन जा रहे हैं। सो आओ शुरू करिए। सो तुसी सारे नोटबुक पेन लैके वीडियो पॉज करके सारे आंसर्स नोट डाउन कर लो, इन्होंने मैमोराइज करो तो बिना देखे आप लिखने का अभ्यास करो। इसी चैनल ते तुहाडी 10th क्लास दियां 4-5 प्ले लिस्टां हो रही ने। एक है 10th साइंस, 10th मैथ नोट्स, 10th इंग्लिश ग्रामर। सो इन्हां प्ले लिस्टां ते जाके इन्हां विषयां दी वीडियोज़ भी तुसी जरूर देखो। सो पार्ट 1 कहना है बच्चों, आंसर द फॉलोइंग क्वेश्चंस इन योर ओन वर्ड्स। हु वाज फाटिक? फाटिक वाज अ 14-year-old बॉय। फाटिक एक 14 ਸਾਲਾਂ ਦਾ ਮੁੰਡਾ ਸੀਗਾ। ਹੀ ਵਾਸ ਦੀ ਰਿੰਗ ਲੀਡਰ ਆਫ ਹਿਸ ਵਿਲੇਜ ਬॉयਜ਼। ਉਹ ਆਪਣੇ ਪਿੰਡ ਦੇ ਮੁੰਡਿਆਂ ਦਾ ਰਿੰਗ ਲੀਡਰ ਸੀ, ਅਰਥਾਤ ਆਗੂ ਸੀ। ਲੀਡਰ ਮੈਨੇ ਆਗੂ ਹੁੰਦਾ ਤੇ ਰਿੰਗ ਲੀਡਰ ਸੀ ਉੱਥੇ ਵਰਤਦੇ ਆ ਜਿਹੜਾ ਪੁੱਠੇ ਕੰਮਾਂ ਵਿੱਚ ਆਗੂ ਹੋਵੇ, ਪੁੱਠੇ ਕੰਮਾਂ ਦੀ ਅਗਵਾਈ ਦੇਵੇ, ਇਲਤਾਂ ਲਈ ਸ਼ਰਾਰਤਾਂ ਲਈ ਅਗਵਾਈ ਦੇਵੇ, ਫਿਰ ਅਸੀਂ ਉਹਨੂੰ ਰਿੰਗ ਲੀਡਰ ਕਹਿ ਦਿੰਦੇ ਆ। ਸੋ ਇਹ ਆਪਣੇ ਪਿੰਡ ਦੇ ਮੁੰਡਿਆਂ ਦਾ ਰਿੰਗ ਲੀਡਰ ਸੀ ਐਂਡ ਆਲਵੇਜ਼ ਥਾਟ ਆਫ ਨਿਊ ਮਿਸਚੀਵਸ, ਤੇ ਹਮੇਸ਼ਾ ਨਵੀਂ ਨਵੀਂ ਇਲਤਾਂ ਨਵੀਆਂ ਨਵੀਆਂ ਸ਼ਰਾਰਤਾਂ ਬਾਰੇ ਸੋਚਦਾ ਰਹਿੰਦਾ ਸੀ। ਫਿਰ ਕੁਐਸਚਨ 2, ਵਟ ਵਾਜ਼ ਦੀ ਨਿਊ ਮਿਸਚੀਫ ਫਾਟਿਕ ਥਾਟ ਆਫ? ਅਰਥਾਤ ਉਹ ਨਵੀਂ ਇਲਤ ਕਿਹੜੀ ਸੀ, ਨਵੀਂ ਸ਼ਰਾਰਤ ਕਿਹੜੀ ਸੀ ਜਿਹਦੇ ਬਾਰੇ ਫਾਟਿਕ ਨੇ ਸੋਚਿਆ। ਸੋ ਜਵਾਬ ਹੈ ਹੀ ਥਾਟ ਆਫ ਰੋਲਿੰਗ ਅਵੇ ਦੀ ਹੈਵੀ ਲੌਗ। ਉਹਨੇ ਸੋਚਿਆ ਕਿ ਜਿਹੜਾ ਇਹ ਭਾਰੀ ਕੁੰਦਾ ਲੌਗ ਲੱਕੜ ਦਾ ਪਿਆ ਹੋਇਆ ਹੈ, ਜਿਹਦਾ ਬੱਚੋ ਸਫੇਦੇ ਦੀ ਲੱਕੜ ਮੋਟੀ ਹੁੰਦੀ, ਕੋਈ ਰੁੱਖ ਐਸੇ ਹੁੰਦੇ ਨੇ ਜਿਨ੍ਹਾਂ ਦਾ ਤਣਾ ਸਿੱਧਾ ਤੇ ਗੋਲ ਹੁੰਦਾ ਹੈ ਤੇ ਫਿਰ ਉਹਨੂੰ ਕੱਟ ਕੇ ਉਹਦੀ ਬੇੜੀ ਬਣਾਈ ਜਾਂਦੀ ਹੈ। ਸੋ ਇਦਾਂ ਦੇ ਲੌਗ ਜਿਹੜੇ ਨੇ, ਇਦਾਂ ਦੇ ਮਤਲਬ ਕਿ ਤਣਾ ਕੱਟਿਆ ਹੋਇਆ ਉੱਥੇ ਪਿਆ ਹੋਇਆ ਸੀ, ਕਿੱਥੇ? ਔਨ ਦੀ ਮਡ ਫਲੈਟ ਆਫ ਦੀ ਰਿਵਰ। ਹੁਣ ਬੱਚੋ ਰਿਵਰ ਵਿੱਚ, ਨਦੀਆਂ ਵਿੱਚ ਜਵਾਰ ਭਾਟਾ ਵੀ ਆਉਂਦਾ ਹੈ, ਅਰਥਾਤ ਪਾਣੀ ਦਾ ਲੈਵਲ ਕਦੀ ਥੋੜਾ ਉੱਪਰ ਹੋ ਜਾਂਦਾ, ਥੱਲੇ ਹੋ ਜਾਂਦਾ। ਜਿੱਲੇ ਉੱਪਰ ਹੁੰਦਾ ਤੇ ਪਾਣੀ ਫੈਲ ਜਾਂਦਾ, ਬਾਹਰ ਨੂੰ ਜਾਂਦਾ ਸੱਜੇ ਖੱਬੇ, ਤੇ ਜਿੱਲੇ ਜਵਾਰ ਭਾਟਾ ਥੱਲੇ ਜਾਂਦਾ, ਪਾਣੀ ਦਾ ਲੈਵਲ ਥੱਲੇ ਹੁੰਦਾ ਤੇ ਸਾਈਡ ਤੋਂ ਕੁਝ ਮੀਟਰ, ਕੁਝ 30-40 ਫੁੱਟ 50 ਫੁੱਟ ਜਿਹੜਾ ਹੁੰਦਾ ਨਾ, ਜਾਂ 100 ਫੁੱਟ ਤੱਕ ਵੀ ਕਹ ਲਓ, ਉਹ ਏਰੀਆ ਥੋੜਾ ਨੰਗਾ ਹੋ ਜਾਂਦਾ ਹੈ, ਪਰ ਉਹ ਚਿੱਕੜ ਨਾਲ ਭਰਿਆ ਰਹਿੰਦਾ ਹੈ, ਕਿਉਂਕਿ ਉਸ ਏਰੀਏ ਵਿੱਚ ਜਵਾਰ ਭਾਟਾ ਦੇ ਉੱਪਰ ਆਉਣ ਦੇ ਨਾਲ ਉਹ ਪਾਣੀ ਨਾਲ ਢੱਕਿਆ ਜਾਂਦਾ ਹੈ, ਤੇ ਜਦੋਂ ਪਾਣੀ ਦਾ ਲੈਵਲ ਥੱਲੇ ਜਾਂਦਾ ਹੈ ਤੇ ਉਹ ਫਿਰ ਨੰਗਾ ਹੋ ਜਾਂਦਾ ਹੈ, ਤੇ ਇਸ ਤਰ੍ਹਾਂ ਉੱਥੇ ਚਿੱਕੜ ਬਣਿਆ ਰਹਿੰਦਾ ਹੈ। ਅਰਥਾਤ ਨਦੀ ਦੇ ਕਿਨਾਰੇ ਆਸ-ਪਾਸ ਜਿਹੜਾ ਚਿੱਕੜ ਦਾ ਇਲਾਕਾ ਹੁੰਦਾ ਹੈ, ਜਿਹੜਾ ਕਦੀ ਪਾਣੀ ਨਾਲ ਢੱਕ ਜਾਂਦਾ ਹੈ, ਕਦੀ ਨੰਗਾ ਹੋ ਜਾਂਦਾ ਹੈ, ਉਹਨੂੰ ਇਸ ਏਰੀਏ ਨੂੰ ਕਹਿੰਦੇ ਮਡ ਫਲੈਟ। ਤੇ ਮਡ ਫਲੈਟ ਜਿਹੜੀ ਉੱਥੇ ਦੀ ਨਦੀ ਸੀਗੀ, ਜਿੱਥੇ ਰਹਿੰਦਾ ਸੀ, ਜਿੱਥੇ ਦਾ ਪਿੰਡ ਸੀ, ਉੱਥੇ ਲੱਕੜ ਦਾ ਇੱਕ ਕੁੰਦਾ ਪਿਆ ਹੋਇਆ ਸੀ। ਕਿਸੇ ਦਾ ਸੀਗਾ? ਉਹਨੇ ਰੱਖਿਆ ਸੀ ਕੰਮ ਨੂੰ, ਉਹਦੀ ਵੀ ਉਹਨੇ ਬੇੜੀ ਬਣਾਉਣੀ ਸੀ ਜਾਂ ਕੁਝ ਕਰਨਾ ਸੀਗਾ, ਤੇ ਉਹਨੇ ਸੋਚਿਆ ਕਿ ਇਹਨੂੰ ਰੇੜ ਕੇ ਨਦੀ 'ਚ ਸੁੱਟ ਦਿੰਦੇ ਆ। ਹੀ ਥਾਟ ਆਫ ਰੋਲਿੰਗ ਅਵੇ ਦੀ ਹੈਵੀ ਲੌਗ ਲਾਈਂਗ ਔਨ ਦੀ ਮਡ ਫਲੈਟ ਆਫ ਦੀ ਰਿਵਰ। ਕਹਿੰਦੇ ਦਿਸ ਵੇ, ਇਸ ਢੰਗ ਦੇ ਨਾਲ ਹੀ ਵਾਂਟਿਡ ਟੂ ਹੈਵ ਫਨ, ਉਹ ਮਜ਼ਾ ਲੈਣਾ ਚਾਹੁੰਦਾ ਸੀਗਾ। ਤੇ ਮਜ਼ਾ ਕਿੱਦਾਂ? ਸੀਇੰਗ ਦੀ ਐਂਗਰੀ ਐਂਡ ਸ਼ੌਕਡ ਲੌਗ ਓਨਰ। ਜਦੋਂ ਉਸ ਕੁੰਦੇ ਦਾ ਲੌਗ ਦਾ ਮਾਲਿਕ ਆਏਗਾ, ਉਹ ਗੁੱਸੇ ਹੋਏਗਾ, ਖਿਜੇਗਾ, ਗਾਲਾਂ ਕੱਢੇਗਾ, ਹੈਰਾਨ ਹੋਏਗਾ ਵੀ ਮੇਰਾ ਲੌਗ ਜਿਹੜਾ ਲੱਕੜ ਦਾ ਤਣਾ ਇੱਥੇ ਰੱਖਿਆ ਸੀ ਕਿੱਥੇ ਗਿਆ, ਤੇ ਉਹਨੂੰ ਗਾਲਾਂ ਕੱਢਦੇ ਗੁੱਸੇ 'ਚ ਤੇ ਹੈਰਾਨ ਹੋਏ ਨੂੰ ਦੇਖ ਕੇ ਉਹ ਹੱਸਣਗੇ, ਠੱਠਾ ਕਰਨਗੇ, ਫਨ ਕਰਨਗੇ। ਇਹ ਸੀ ਉਹਦੀ ਨਵੀਂ ਇਲਤ। ਫਿਰ ਕਹਿੰਦੇ ਵਾਈ ਵਰ ਫਾਟਿਕ ਐਂਡ ਹਿਸ ਫਰੈਂਡਸ ਐਨੋਇਡ ਵਿਦ ਮੱਖਣ। ਕਹਿੰਦੇ ਫਾਟਕ ਅਤੇ ਉਹਦੇ ਦੋਸਤ ਮਾਖਣ ਤੋਂ ਕਿਉਂ ਨਾਰਾਜ਼ ਹੋਏ? ਮਾਖਣ ਕੌਣ ਸੀ? ਫਾਟਕ ਦਾ ਛੋਟਾ ਭਰਾ ਸੀ। ਸੋ ਅਸੀਂ ਪੰਜਾਬੀ 'ਚ ਮੱਖਣ ਬੋਲ ਦਿੰਦੇ ਆ, KH ਦੋ ਵਾਰ ਆ ਜਾਏਗਾ ਤੇ ਮੱਖਣ ਅੱਧਕ ਲੱਗ ਜਾਂਦਾ ਹੈ, ਪਰ ਕਿਉਂਕਿ ਇਹ ਬੰਗਾਲੀ ਪਿੰਡ ਦੀ ਕਹਾਣੀ ਹੈਗੀ, ਰਵਿੰਦਰਨਾਥ ਟੈਗੋਰ ਬੰਗਾਲ ਦੇ ਸੀਗੇ ਤੇ ਚੱਕਰਵਰਤੀ ਫੈਮਲੀਆਂ ਲਿਖਿਆ ਤੇ ਚੱਕਰਵਰਤੀ ਬੰਗਾਲੀ ਹੁੰਦੇ ਨੇ। ਸੋ ਉੱਥੇ ਉਹ ਮੱਖਣ ਨਹੀਂ ਬੋਲਦੇ, ਉਹ ਮਾਖਣ ਬੋਲਦੇ ਨੇ, ਠੀਕ ਹੈ, ਤਾਂ ਮੈਂ ਇਹਨੂੰ ਮਾਖਣ ਕਹਿ ਰਿਹਾ। ਸੋ ਫਾਟਕ ਤੇ ਉਹਦੇ ਦੋਸਤ ਜਿਹੜੇ ਨੇ ਉਹ ਮਾਖਣ ਦੇ ਨਾਲ ਕਿਉਂ ਖਿਜੇ? ਐਨੋਇਡ ਹੁੰਦਾ ਖਿਜਣਾ, ਗੁੱਸੇ। ਫਾਟਕ ਐਂਡ ਹਿਸ ਫਰੈਂਡਸ ਵਰ ਐਨੋਇਡ ਵਿਦ ਮਾਖਣ। ਫਾਟਕ ਅਤੇ ਉਹਦੇ ਮਿੱਤਰ ਮਾਖਣ ਤੋਂ ਇਸ ਕਰਕੇ ਖਿਜੇ ਬਿਕੋਜ਼, ਕਿਉਂਕਿ ਜਸਟ ਐਜ਼ ਦੇ ਵਰ ਥਿੰਕਿੰਗ ਆਫ ਇੰਜੋਇੰਗ ਰੋਲਿੰਗ ਦੀ ਲੌਗ। ਕਹਿੰਦੇ ਹਾਲੇ ਉਹ ਸੋਚ ਹੀ ਰਹੇ ਸੀ ਕਿ ਇਹ ਕੁੰਦੇ ਨੂੰ, ਲੌਗ ਨੂੰ ਰੇੜ ਕੇ ਮਜ਼ਾ ਲਈਏ, ਇੰਜੋਏ ਕਰੀਏ। ਮਾਖਣ ਸਟਰੋਲਡ ਦੇਅਰ। ਮਾਖਣ ਜਿਹੜਾ ਉੱਥੇ ਟਹਿਲਦੇ ਟਹਿਲਦੇ ਸੈਰ ਕਰਦੇ ਉੱਥੇ ਆ ਗਿਆ ਐਂਡ ਸੈਟ ਕੁਆਇਟਲੀ ਔਨ ਦੀ ਲੌਗ। ਤੇ ਜਿਹੜਾ ਉਹ ਲੱਕੜ ਦਾ ਕੁੰਦਾ ਸੀਗਾ, ਲੱਕੜ ਦਾ ਲੌਗ ਸੀ, ਉੱਥੇ ਆ ਕੇ ਚੁੱਪ ਕਰਕੇ ਬੈਠ ਗਿਆ। ਇਸ ਕਰਕੇ ਉੱਥੋਂ ਖਿਜੇ ਸੀ ਕਿ ਅਸੀਂ ਤੈਨੂੰ ਰੇੜਨਾ ਚਾਹੁੰਦੇ ਸੀ ਤੇ ਉੱਤੇ ਆ ਕੇ ਬਹਿ ਗਿਆ। ਸੋ ਵਟ ਵਾਜ਼ ਫਾਟਿਕਸ ਨਿਊ ਮੈਨੂਵਰ? ਮੈਨੂਵਰ ਹੁੰਦਾ ਬੱਚਿਓ, ਇੱਥੇ ਇਹ ਅਪੋਸਟ੍ਰੋਫੀ ਨਹੀਂ ਆਏਗੀ, ਇਹ ਗਲਤੀ ਨਾ ਆ ਗਈ ਹੈ ਬੱਚਿਓ, ਇਹ ਕੱਟ ਦੋ, ਇਹ ਅਪੋਸਟ੍ਰੋਫੀ ਦਾ ਇੱਥੇ ਕੋਈ ਮਤਲਬ ਨਹੀਂ ਹੈਗਾ, ਠੀਕ ਹੈ। ਸੋ ਕਹਿੰਦੇ ਫਾਟਕ ਦੀ ਨਵਾਂ ਮੈਨੂਵਰ ਹੁੰਦਾ ਨਵੀਂ ਚਾਲ, ਮਤਲਬ ਮੈਨੂਵਰ ਮੈਨੇ ਚਾਲ, ਪੈਂਤੜਾ,
जुगती अर्थात ਜਦੋਂ ਹੁਣ ਦੇਖਿਆ ਕਿ ਮਾਖਣ ਜਿਹੜਾ ਹੈਗਾ ਉਹ ਕੁੰਦੇ ਦੇ ਅੱਗੇ ਬੈਠ ਗਿਆ ਤੇ ਫਾਟਕ ਦਾ ਹੁਣ ਨਵਾਂ ਪੈਂਤੜਾ ਕੀ ਸੀ, ਨਵੀਂ ਚਾਲ ਕੀ ਸੀ। So Fatak's new maneuver was to roll the log along with Makhan sitting over it. ਕਹਿੰਦੇ ਉਹਦਾ ਨਵਾਂ ਪੈਂਤੜਾ ਸੀ ਵੀ ਇਹ ਜਿਹੜਾ ਲੌਗ ਅਸੀਂ ਰੇੜਨਾ ਸੀ ਨਾ, ਹੁਣ ਮੱਖਣ ਆ ਕੇ ਬੈਠ ਗਿਆ, ਮੱਖਣ ਆਟੇ ਬੈਠ ਗਿਆ ਤੇ ਮੱਖਣ ਦੇ ਸਣੇ ਇਹਨੂੰ ਰੇੜ ਦਿੰਦੇ ਆ। He thought discomfiting ਹੁੰਦਾ ਹੈ ਪਰੇਸ਼ਾਨੀ ਵਿੱਚ ਪਾਣਾ। डिसकॉम्फिट ਹੁੰਦਾ ਕਿਸੇ ਨੂੰ ਪਰੇਸ਼ਾਨ ਕਰਨਾ, ਔਖਿਆਈ ਵਿੱਚ ਪਾਣਾ, ਖੁਆਰ ਕਰਨਾ। ਕਹਿੰਦੇ ਇਸ ਤਰ੍ਹਾਂ ਮੱਖਣ ਨੂੰ ਖੁਆਰ ਕਰਕੇ, ਮੱਖਣ ਨੂੰ ਪਰੇਸ਼ਾਨ ਕਰਕੇ, ਔਖਿਆਈ ਵਿੱਚ ਪਾ ਕੇ ਜਿਹੜੇ ਰੜੇਗਾ ਡਿਗੇਗਾ ਉਹ would be an added fun। ਇਹਦੇ ਨਾਲ ਤੇ ਕੱਲੇ ਲੌਗ ਨੂੰ ਜਿਹੜਾ ਰੇੜਨਾ ਸੀ ਉਹ ਤੋਂ ਦੁੱਗਣਾ ਤਿਗਣਾ ਮਜ਼ਾ ਆਏਗਾ, ਅਰਥਾਤ ਇੰਨਾ ਸਾਡਾ ਮਜ਼ਾ ਹੋਰ ਜੁੜ ਜਾਏਗਾ ਕਿ ਪਹਿਲਾਂ ਤੇ ਕੱਲਾ ਲੌਗ ਰੇੜਨਾ ਸੀਗਾ, ਹੁਣ ਮੱਖਣ ਵੀ ਉੱਤੇ ਹੈਗਾ, ਉਹ ਵੀ ਰੇੜਾਂਗੇ ਤੇ ਨਾਲ ਉਹਨੂੰ ਵੀ ਰੇੜ ਦਾਂਗੇ, ਉਹ ਵੀ ਚਿੱਕੜ 'ਚ ਜਾਏਗਾ ਤੇ ਹਾਸਾ ਠੱਠਾ ਸਾਡਾ ਹੋਰ ਵਧੀਆ ਜ਼ਿਆਦਾ ਹੋ ਜਾਏਗਾ। ਐਡਿਡ ਅਮਿਊਜ਼ਮੈਂਟ ਮਾਨੇ ਖੁਸ਼ੀ, ਐਡਿਡ ਮਾਨੇ ਜੁੜਵੀਂ ਖੁਸ਼ੀ, ਅਰਥਾਤ ਇਹ ਦੋਹਰੀ ਤੇਰੀ ਖੁਸ਼ੀ ਹੋ ਜਾਏਗੀ। क्वेश्चन नंबर 5, वाई डिड फाटक बीट माखन इवन इन दी प्रेजेंस ऑफ हिज मदर। बीट मैंने मारना, डिड पास्ट टेंस की गल हैगी है, सो फर्स्ट फॉर्म हैगी है। वाई डिड माखन बीट इवन इन दी प्रेजेंस मैंने हाजरी, सामने। सो उन्हें फाटक ने अपनी माँ के सामने भी अपने छोटे भरा माखन नूं क्यों मारिया। ते डिड है ना बच्चों, सो देखो बीट फर्स्ट फॉर्म है, हुण इत्थे डिड करके बीट की सैकेंड फॉर्म, पर बच्चों यह सबब है, सबब नहीं मतलब कुछ वर्ब्स ऐसियां होंदियां ने जिन्हां दी फॉर्म्स चेंज नहीं होंदियां, कई तीनों च चेंज नहीं होंदियां, कईयां च की हुंदा है पहली चेंज हो गई, दूजी चेंज नहीं हुई, तीजी चेंज हो गई, ठीक है। कईयां दा उच्चारण चेंज हो जाता, जिहदा रीड रेड, ठीक है ना, रीड रेड। फिर इसी तरह रन रैन रन, फर्स्ट फॉर्म भी सेम, थर्ड फॉर्म भी सेम, सैकेंड फॉर्म होगी रैन, ठीक है। इसी तरह बीट विच फर्स्ट और सैकेंड फॉर्म सेम रहिंदी है। सो बीट बीटन, जिदा कुछ की फॉर्म चेंज नहीं होंगी, कट, पुट, कॉस्ट, ठीक है, इन्हां दी फॉर्म चेंज ही नहीं होंगी, कई उच्चारण चेंज होता है, जिवें तुहानूं दस्सिया कि कई दी फर्स्ट फॉर्म होर होंदी है, सैकेंड होर होंदी है, तो थर्ड पहली वाली हो जाती है, रन रैन रन, ठीक है। सो इस तरह बच्चों बीट की सैकेंड फॉर्म भी बीट ही होंदी है, ठीक है। सो डिड करके ख्याल रखना है कि असी सैकेंड फॉर्म वरत रहे हैं पर ये स्पैलिंग सेम ने, उच्चारण भी सेम है। फाटक बीट माखन इन दी प्रेजेंस ऑफ हिज मदर बिकॉज माखन हैड लाइड टू हर, क्योंकि माखन ने अपनी मां नूं झूठ बोलिया सी, ते झूठ की बोलिया सी, दैट फाटक हैड हिट हिम, कि फाटक ने उन्होंने कुटिया सी, फाटक ने उन्होंने मारिया सी, कि मैनू वड्डे वीरे ने मारिया, यह झूठ उन्हें मां नूं बोलिया आके। इस करके फिर फाटक ने मां की हाजरी में अपने छोटे भरा नूं मारिया भी तू झूठ बोल रहे हैं। फिर कहते वाज माखन स्पीकिंग द ट्रुथ, हुण अगला सवाल है कि माखन सच बोल रहा सी, ते जवाब है नो, माखन वाज नॉट स्पीकिंग द ट्रुथ, माखन सच नहीं बोल रहा सी। फाटक हैड नॉट बीटन, हुण देखो बीट दी थर्ड फॉर्म बीटन, फर्स्ट फॉर्म बीट, सैकेंड फॉर्म बीट, थर्ड फॉर्म बीटन। ਇਹ बच्चों सारियां गल्लां दा तुहानूं पता होना चाहिए, ਇਹ ग्रैमर ਦੇ ਵਿੱਚ सारियां गल्लां सिखाईयां ਜਾਂਦੀਆਂ ने, ठीक है। सो फाटक हैड नॉट बीटन माखन, उन्हें नहीं मारिया सी, हाउएवर पर फाटक हैड रोल्ड ओवर द लॉग विद माखन सिटिंग ओवर इट, पर उन्हें माखन नूं लॉग दे सने रेड़ दिता सी जरूर। माखन लॉग दे उत्ते लकड़ दे कुंदे ते बैठा होया सीगा ते उन्होंने बैठे बैठे वो जिहड़ा लॉग सीगा लकड़ दा कुंदा सी उन्होंने रेड़ दिता सीगा, एंड दिस स्मीयर्ड मैंने लवेड़ दिता माखन इन दी मक मैंने चिक्कड़, ते ओदी इस हरकत ने माखन नूं चिक्कड़ विच लवेड़ दिता, वो भी डिग गया थल्ले, ते सारा उत्थे मड फ्लैट ते सारा चिक्कड़ ही चिक्कड़ हुंदा है, ते स्मीयर्ड मैंने लिबड़ गया पूरा ऊपर तो लैके सिर तो लैके पैर तक, मक मैंने चिक्कड़, ठीक है, वो गंदगी गंदे चिक्कड़ दे विच लिबड़ गया, यह कीता सी पर उन्होंने मारिया नहीं सी। सो क्वेश्चन नंबर 7, वाई डिड फाटक्स मदर वांट टू सेंड हिम अवे टू हर ब्रदर्स हाउस, अर्थात फाटक दी मां उन्होंने अपने भरा दे घर क्यों भेजना चाहती सी, मतलब ਉਹਦੇ ਮਾਮੇ ਦੇ ਘਰ, ਮਾਂ ਦਾ ਭਰਾ ਉਹਦਾ ਮਾਮਾ ਹੋਇਆ ਨਾ, ਵੀ ਫਾਟਕ ਨੂੰ ਉਹਦੇ ਮਾਮੇ ਦੇ ਘਰ ਜਾਂ ਆਪਣੇ ਭਰਾ ਦੇ ਘਰ ਕਿਉਂ ਭੇਜਣਾ ਚਾਹੁੰਦੀ ਸੀ। ਸੋ ਫਾਟਕਸ ਮਦਰ ਵਾਂਟਡ ਟੂ ਸੈਂਡ ਹਿਮ ਅਵੇ ਟੂ ਹਰ ਬ੍ਰਦਰਸ ਹਾਊਸ, ਅਰਥਾਤ ਫਾਟਕ ਦੀ ਮਾਂ ਆਪਣੇ ਪੁੱਤਰ ਨੂੰ, ਉਹਨੂੰ ਫਾਟਕ ਨੂੰ ਆਪਣੇ ਭਰਾ ਦੇ ਘਰ ਭੇਜਣਾ ਚਾਹੁੰਦੀ ਸੀ, ਕਿਉਂਕਿ ਸ਼ੀ ਹੈਡ ਅ ਬਾਇਸ ਅਗੇਂਸਟ ਹਿਮ, ਕਿਉਂਕਿ ਉਹਦੇ ਮਨ ਵਿੱਚ ਉਹਦੇ ਪ੍ਰਤੀ ਥੋੜਾ ਜਿਹਾ ਪੱਖਪਾਤ ਸੀ, ਕਿਉਂਕਿ ਛੋਟਾ ਭਰਾ ਸੀ, ਉਹਦੇ ਪ੍ਰਤੀ ਉਹਦਾ ਲਾਡ ਜ਼ਿਆਦਾ ਸੀ,
ਤੇ ਵੱਡਾ ਭਰਾ 14 ਸਾਲ ਦੀ ਉਮਰ 'ਚ ਨਿਆਣੇ ਥੋੜਾ ਇਦਾਂ ਦਾ ਵਰਤਾਰਾ ਕਰਦੇ ਹੀ ਨੇ। ਉਹ ਸ਼ਰਾਰਤਾਂ ਕਰਦਾ ਸੀਗਾ ਤੇ ਮਾਂ ਨੂੰ ਖਿਜੀ ਰਹਿੰਦੀ ਸੀ ਤੇ ਉਹ ਛੋਟੇ ਪੁੱਤ ਦਾ ਪੱਖ ਲੈਂਦੀ ਸੀ ਤੇ ਉਹਨੂੰ ਲੱਗਦਾ ਸੀ ਕਿ ਇਹ ਉੱਥੇ ਚਲਾ ਜਾਏਗਾ, ਇੱਕ ਤੇ ਦੋਨੋਂ ਭਰਾ ਦੂਰ ਦੂਰ ਹੋ ਜਾਣਗੇ ਤੇ ਉੱਥੇ ਜਾ ਕੇ ਕੋਈ ਸਿੱਖਿਆ ਲੈ ਲੇਗਾ। ਸੋ ਬਾਇਸ ਉਹਦੇ ਮਨ 'ਚ ਥੋੜਾ ਜਿਹਾ ਪੱਖਪਾਤ ਸੀਗਾ। ਸ਼ੀ ਥੌਟ ਦੈਟ ਹੀ ਵਾਜ਼ ਲੇਜ਼ੀ ਐਂਡ ਵਾਈਲਡ। ਉਹਨੂੰ ਇਹ ਲੱਗਦਾ ਸੀ, ਮਾਂ ਸੋਚਦੀ ਸੀ ਕਿ ਉਹ ਜਿਹੜਾ ਫਾਟਕ ਹੈਗਾ ਉਹ ਆਲਸੀ ਵੀ ਹੈਗਾ, ਕੰਮ ਵੀ ਕੋਈ ਨਹੀਂ ਕਰਦਾ, ਐਂਡ ਵਾਈਲਡ ਤੇ ਅਥਰਾ ਬੜਾ ਹੈਗਾ, ਮਤਲਬ ਕਿ ਜਿੱਦਾਂ ਜਾਹਲ ਟਾਈਪ ਦਾ ਹੈਗਾ, ਅਥਰਾ, ਐਂਡ ਵੁੱਡ ਹਾਰਮ ਮਾਖਣ ਸਮਡੇ, ਤੇ ਕਦੀ ਨਾ ਕਦੀ ਉਹ ਲੱਗਦਾ ਮਾਖਣ ਨੂੰ ਕੋਈ ਨੁਕਸਾਨ ਪਹੁੰਚਾ ਦੇਗਾ, ਉਹਨੂੰ ਡੁਬੋ ਦੇਗਾ, ਕੋਈ ਸੱਟ ਫੇਟ ਲਾ ਦੇਗਾ। ਤੇ ਉਹਨੂੰ ਇਹ ਫਿਕਰ ਸੀ ਵੀ ਕਿ ਜੇ ਇੱਥੇ ਰਹੇਗਾ ਤੇ ਲੜਦੇ ਰਹਿਣਗੇ ਤੇ ਇਹ ਕੁੱਟਮਾਰ ਕਰੇਗਾ ਤੇ ਮਾਖਣ ਨੂੰ ਕੋਈ ਨਾ ਕੋਈ ਇਹਨੇ ਸੱਟ ਫੇਟ ਲਾ ਦੇਣਾ, ਤੇ ਇਸ ਕਰਕੇ ਉਹ ਚਾਹੁੰਦੀ ਸੀ ਵੀ ਉਹ ਆਪਣੇ ਮੰਮੇ ਦੇ ਘਰ ਚਲਾ ਜਾਵੇ। ਕੁਐਸਚਨ ਨੰਬਰ 8, ਹਾਊ ਵਾਜ਼ ਫਾਟਿਕ ਰਿਸੀਵਡ ਬਾਈ ਹਿਜ਼ ਆਂਟ। ਅਰਥਾਤ ਫਾਟਕ ਦਾ ਉਹਦੀ ਆਂਟੀ ਨੇ, ਮਤਲਬ ਮਾਮੀ ਨੇ ਕਿਵੇਂ ਸਵਾਗਤ ਕੀਤਾ। ਹਾਊ ਵਾਜ਼ ਹੀ ਰਿਸੀਵਡ, ਠੀਕ ਹੈ ਨਾ। ਹਿਜ਼ ਆਂਟ ਵਾਜ਼ ਨਾਟ ਹੈਪੀ ਐਟ ਆਲ ਟੂ ਰਿਸੀਵ ਹਿਮ। ਅਰਥਾਤ ਉਹਦੀ ਆਂਟੀ ਉਹਨੂੰ ਦੇਖ ਕੇ ਬਿਲਕੁਲ ਵੀ ਖੁਸ਼ ਨਹੀਂ ਹੋਈ। ਕਿਉਂ? ਸ਼ੀ ਕੰਸੀਡਰਡ ਹਿਮ ਐਜ਼ ਐਨ ਅਨਨੈਸੈਸਰੀ ਐਡੀਸ਼ਨ ਟੂ ਹਰ ਫੈਮਿਲੀ। ਉਹਨੂੰ ਲੱਗਿਆ ਕਿ ਇਹ ਉਹਦੇ ਪਰਿਵਾਰ ਦੇ ਵਿੱਚ ਇੱਕ ਬੇਲੋੜਾ ਮੈਂਬਰ ਵਾਧੂ ਆ ਗਿਆ, ਕਿ ਉਹਦੇ ਤੇ ਆਪਣੇ 3 ਨਿਆਣੇ ਸੀਗੇ, ਉਹਨਾਂ ਦੇ ਆਪਣੇ ਖਰਚੇ ਉਹਨੂੰ ਸਾਹਮਣੇ ਪੈਂਦੇ ਸੀਗੇ। ਸੋ ਸ਼ੀ ਕੰਸੀਡਰਡ ਹਿਮ ਐਜ਼ ਐਨ ਅਨਨੈਸੈਸਰੀ, ਅਨਨੈਸੈਸਰੀ ਉਹਨੇ ਬੇਲੋੜਾ, ਤੇ ਇਹਨੂੰ ਹੀ ਪਾਲਣਾ ਹੀ ਪੈਣਾ, ਰੋਟੀ ਖਾਣੀ, ਇਹਨੇ ਕਿਹੜਾ ਕੋਈ ਕੰਮ ਕਰਨਾ ਜਾਂ ਕੋਈ ਕਮਾ ਕੇ ਲਿਆਣਾ। ਅਨਨੈਸੈਸਰੀ ਐਡੀਸ਼ਨ ਟੂ ਹਰ ਫੈਮਿਲੀ, ਉਹਨੇ ਆਪਣੇ ਪਰਿਵਾਰ ਵਿੱਚ ਉਹਨੂੰ ਇੱਕ ਬੇਲੋੜਾ ਵਾਧਾ ਸਮਝਿਆ। ਠੀਕ ਹੈ। ਅਗਲਾ ਆ ਗਿਆ ਕੁਐਸਚਨ ਨੰਬਰ 9। ਇਹਨੂੰ ਮੈਂ 2 ਤਰੀਕਿਆਂ ਨਾਲ ਲਿਖਿਆ, ਇਹ ਥੋੜਾ ਵੱਡਾ ਸੀਗਾ, ਇਹ ਥੋੜਾ ਛੋਟਾ ਹੈ। ਸੋ ਜਿਹੜੇ ਵਿਦਿਆਰਥੀ ਨੂੰ ਇਹ ਠੀਕ ਲੱਗਦਾ ਹੈ ਇਹ ਯਾਦ ਕਰ ਲੈਣ, ਇਹ ਠੀਕ ਲੱਗਦਾ ਇਹ ਯਾਦ ਕਰ ਲੈਣ। ਨਾਲੇ ਬਹਾਨੇ ਦੇ ਨਾਲ ਮੈਂ ਤੁਹਾਨੂੰ ਵੋਕੈਬਲਰੀ ਵਧਾਉਣ ਲਈ ਮੈਂ ਦੋਨਾਂ 'ਚ ਸ਼ਬਦ ਅਲੱਗ-ਅਲੱਗ ਵਰਤੇ ਨੇ ਤਾਂ ਕਿ ਤੁਹਾਡਾ ਅੰਗਰੇਜ਼ੀ ਦੀ ਨੌਲੇਜ ਵਿੱਚ ਵਾਧਾ ਹੋਵੇ। ਵਾਈ ਕੁਡਨਟ ਫਾਟਿਕ ਡੂ ਵੈਲ ਐਟ ਸਕੂਲ ਇਨ ਕਲਕੱਤਾ। ਅਰਥਾਤ ਫਾਟਕ ਕਲਕੱਤੇ ਵਿੱਚ ਆਪਣੀ ਸਕੂਲ ਵਿੱਚ ਵਧੀਆ ਕਿਉਂ ਨਾ ਚੱਲ ਪਾਇਆ, ਅਰਥਾਤ ਪੜ੍ਹਾਈ ਕਿਉਂ ਨਹੀਂ ਠੀਕ ਤਰ੍ਹਾਂ ਕਰ ਸਕਿਆ। ਸੋ ਫਾਟਿਕ ਕੁਡ ਨਾਟ ਡੂ ਵੈਲ ਇਨ ਸਕੂਲ because his aunt constantly condemned and slighted him। condemn ਹੁੰਦਾ ਕੋਸਣਾ, ਮਤਲਬ ਕਿ ਨਿਖੇਧੀ ਕਰਨੀ, ਠੀਕ ਹੈ, ਮਤਲਬ ਕਿ ਡਾਂਟਣਾ ਡਪਟਣਾ। ਸਲਾਈਟ ਹੁੰਦਾ ਬੇਇੱਜ਼ਤੀ ਕਰਨੀ, ਨੀਵਾਂ ਦਿਖਾਣਾ। ਉਹਦੀ ਜਿਹੜੀ ਮਾਮੀ ਸੀ, ਆਂਟੀ ਸੀ, ਉਹਨੂੰ ਕੌਂਸਟੈਂਟਲੀ, ਮੈਨੇ ਹਮੇਸ਼ਾ ਹਰ ਵੇਲੇ ਬਿਨਾਂ ਰੁਕੇ ਉਹਨੂੰ ਕੋਸਦੀ ਰਹਿੰਦੀ ਸੀ ਤੇ ਉਹਨੂੰ ਨੀਵਾਂ ਦਿਖਾਉਂਦੀ ਰਹਿੰਦੀ ਸੀ। ਦੀ ਪੇਨ ਆਫ ਬੀਇੰਗ ਐਨ ਅਨਵੈਲਕਮ ਗੈਸਟ। ਅਨਵੈਲਕਮ ਮੈਨੇ ਵੀ ਜਿਹਦੇ ਆਉਣ ਦੀ ਖੁਸ਼ੀ ਨਹੀਂ, ਅਨਵੈਲਕਮ ਵੀ ਤੂੰ ਅਣਚਾਹਿਆ ਗੈਸਟ, ਪ੍ਰਾਹੁਣਾ, ਵੀ ਉਹ ਇੱਕ ਅਨਵੈਲਕਮ ਵੀ ਜਿੱਦਾਂ ਵਾਧੂ ਦਾ ਪ੍ਰਾਹੁਣਾ ਸੀਗਾ, ਅਨਵੈਲਕਮ ਸੀ, ਉਹਨੂੰ ਵੀ ਜੀ ਆਇਆਂ ਨਹੀਂ ਆਖਿਆ ਗਿਆ ਸੀਗਾ। ਉਹ ਉਹਦੇ ਉੱਥੇ ਆਉਣ ਤੋਂ, ਉਹਦੇ ਪ੍ਰਾਹੁਣੇ ਬਣ ਕੇ ਰਹਿਣ ਤੋਂ ਖੁਸ਼ ਨਹੀਂ ਸੀਗੀ। ਅਨਵੈਲਕਮ ਕਹਿੰਦੇ ਵੀ ਤੂੰ ਅਨਵੈਲਕਮ ਹੈਗਾ, ਵੀ ਤੈਨੂੰ ਅਸੀਂ ਦੇਖ ਕੇ ਤੇ ਖੁਸ਼ ਨਹੀਂ ਹੈਗੇ। ਇਹ ਜਿਹੜਾ ਦਰਦ ਸੀਗਾ, ਦੀ ਪੇਨ ਆਫ ਬੀਇੰਗ ਐਨ ਅਨਵੈਲਕਮ ਗੈਸਟ, ਇਹ ਚੀਜ਼ ਨੂੰ ਹਮੇਸ਼ਾ ਝੰਜੋੜਦੀ ਰਹਿੰਦੀ ਸੀਗੀ ਵੀ ਇੱਥੇ ਮੈਨੂੰ ਇਹ ਪਸੰਦ ਨਹੀਂ ਕਰਦੀ, ਮੇਰੀ ਮੰਮੀ ਤੇ ਮੈਨੂੰ ਹਰ ਵੇਲੇ ਗਾਲਾਂ ਕੱਢਦੀ ਰਹਿੰਦੀ ਹੈ, ਮੇਰੀ ਬੇਇੱਜ਼ਤੀ ਕਰਦੀ ਰਹਿੰਦੀ ਹੈ, ਤੇ ਮੈਂ ਇੱਥੇ ਵਾਧੂ ਦਾ ਇਹਨਾਂ ਦੇ ਭਾਰ ਬਣ ਕੇ ਬੈਠਾ ਹੋਇਆ। ਸੋ ਬੀਇੰਗ ਐਨ ਅਨਵੈਲਕਮ ਗੈਸਟ ਐਟ ਹਿਜ਼ ਆਂਟਸ ਹਾਊਸ ਡਿਡ ਨਾਟ ਲੈਟ ਹਿਮ ਕੰਸਨਟਰੇਟ ਔਨ ਹਿਜ਼ ਸਟੱਡੀਜ਼। ਇਹ ਜਿਹੜੀ ਦਰਦ ਸੀ ਅਨਵੈਲਕਮ ਗੈਸਟ ਤੇ ਉਹਦੀ ਮਾਮੀ ਨੂੰ ਹਰ ਵੇਲੇ ਕੋਸਦੀ ਰਹਿੰਦੀ ਸੀ, ਉਸ ਗੱਲ ਨੇ ਉਹਨੂੰ ਆਪਣੀ ਪੜ੍ਹਾਈ ਦੇ ਵਿੱਚ ਧਿਆਨ ਲੱਗਣ ਨਹੀਂ ਦਿੱਤਾ। ਠੀਕ ਹੈ, ਇਹ ਇੱਕ ਤੇ ਕਾਰਨ ਸੀਗਾ, ਤੇ ਜਾਂ ਫਿਰ ਇਹਨੂੰ ਅਸੀਂ ਇਹ ਮਲੀ ਕਾਰਨ ਸੀ, ਤੇ ਦੂਜੇ ਢੰਗ ਨਾਲ ਇੱਦਾਂ ਲਿਖ ਸਕਦੇ ਹਾਂ। ਫਾਟਿਕਸ ਆਂਟ ਆਲਵੇਜ਼ ਡਿਸਲਾਈਕ, ਡਿਸਲਾਈਕ ਉਹਨੇ ਨਾ ਪਸੰਦ ਕਰਨਾ, ਲਾਈਕ ਦਾ ਵਿਰੋਧੀ ਸ਼ਬਦ ਹੈ ਡਿਸਲਾਈਕ। ਆਲਵੇਜ਼ ਡਿਸਲਾਈਕਡ ਐਂਡ ਮਾਲਟ੍ਰੀਟਡ ਹਿਮ। ਮਾਲਟ੍ਰੀਟਡ ਹੁੰਦਾ ਹੈ, ਮਾਲਟ੍ਰੀਟ ਹੁੰਦਾ ਹੈ ਦੁਰਵਿਵਹਾਰ ਕਰਨਾ, ਮਾੜਾ ਵਰਤਾਓ ਕਰਨਾ। ਕਹਿੰਦੇ ਫਾਟਕ ਦੀ ਜਿਹੜੀ ਮਾਮੀ ਹੈ ਉਹ ਹਮੇਸ਼ਾ ਉਹਨੂੰ ਨਾਪਸੰਦ ਕਰਦੀ ਸੀ ਤੇ ਉਹਨਾਂ ਦੁਰਵਿਵਹਾਰ ਕਰਦੀ ਸੀ। ਹੀ ਵਾਜ਼ ਆਲਵੇਜ਼ ਲੌਸਟ ਇਨ ਸੈਡ ਥਾਟਸ, ਤੇ ਉਹ ਹਮੇਸ਼ਾ ਹੀ ਉਦਾਸੀ ਭਰੇ ਵਿਚਾਰਾਂ ਵਿੱਚ ਗੁਆਚਿਆ ਰਹਿੰਦਾ ਸੀਗਾ। ਐਂਡ ਕੁਡ ਨਾਟ ਪੁੱਟ ਹਿਜ਼ ਮਾਈਂਡ ਟੂ ਸਟੱਡੀਜ਼, ਤੇ ਆਪਣਾ ਮਨ ਜਿਹੜਾ ਸੀਗਾ ਉਹ ਆਪਣੀ ਪੜ੍ਹਾਈ ਵਿੱਚ ਨਹੀਂ ਲਾ ਸਕਦਾ ਸੀ। ਇਸੇ ਕਰਕੇ ਹੀ ਡਿਡ ਨਾਟ ਡੂ ਵੈਲ ਐਟ ਸਕੂਲ ਇਨ ਕੈਲਕਟਾ। ਠੀਕ ਹੈ, ਸੋ ਇਸ ਢੰਗ ਨਾਲ ਵੀ ਲਿਖ ਸਕਦੇ ਹੋ, ਇਸ ਢੰਗ ਨਾਲ ਵੀ ਲਿਖ ਸਕਦੇ ਹੋ। ਕੁਐਸਚਨ ਨੰਬਰ 10, ਹਾਊ ਡਿਡ ਫਾਟਿਕਸ ਆਂਟ ਬਿਹੇਵ ਔਨ ਲਰਨਿੰਗ ਅਬਾਊਟ ਦੀ ਲਾਸ ਆਫ ਹਿਜ਼ ਬੁੱਕ। ਅਰਥਾਤ ਜਦੋਂ ਔਨ ਲਰਨਿੰਗ ਮੈਨੇ ਜਦੋਂ ਪਤਾ ਲੱਗਿਆ ਉਹਦੀ ਮਾਮੀ ਨੂੰ ਕਿ ਫਾਟਕ ਦੀ ਕਿਤਾਬ ਗੁਆਚ ਗਈ ਹੈ, ਤੇ ਉਹਦੀ ਜਿਹੜੀ ਫਾਟਕ ਦੀ ਆਂਟੀ ਸੀ ਉਹਨੇ ਕਿਵੇਂ ਵਰਤਾਅ ਕੀਤਾ, ਉਹਦਾ ਕੀ ਪ੍ਰਤੀਕਰਮ ਸੀ, ਬਿਹੇਵ ਮੈਨੇ ਉਹਨੇ ਕਿੱਦਾਂ ਵਰਤਿਆ ਵੀ ਜਦ ਉਹਨੇ ਆ ਕੇ ਦੱਸਿਆ ਆਪਣੀ ਮਾਮੀ ਨੂੰ ਕਿ ਮੇਰੀ ਕਿਤਾਬ ਗੁਆਚ ਗਈ ਹੈ। ਸੋ ਫਾਟਿਕਸ ਆਂਟ ਸ਼ੋਡ ਕੰਟੈਂਪਟ। ਕੰਟੈਂਪਟ ਹੁੰਦੀ ਹੈ ਨਫ਼ਰਤ, ਘਿਰਣਾ। ਉਹਦੀ ਜਿਹੜੀ ਫਾਟਕ ਦੀ ਆਂਟੀ ਸੀ, ਮਾਮੀ ਸੀ, ਉਹਨੇ ਘਿਰਣਾ ਦਿਖਾਈ
एंड कॉल्ड हिम क्लमजी। क्लमजी होंदा है बेढंगा, कुचज्जा, जिन्हों अकल ना होवे, बेढंगा, कुचज्जा, है ना। कंट्री मने होंदा है पेंडू, पिंड। लाउट होंदा है जिद्दां गंवार, जिन्हों अकल नहीं हैगी। ਉਹਨੇ ਕਲਕੱਤੇ, ਉਹ ਪਿੰਡ ਤੋਂ ਗਿਆ ਸੀਗਾ, ਉਹ ਕਲਕੱਤੇ ਰਹਿੰਦੀ ਸੀ ਮਾਮੀ, ਤੇ ਉਹਨੇ ਉਹਨੂੰ ਟਾਂਚ ਮਾਰੀ, ਉਹਨੂੰ ਮਤਲਬ ਕਿ ਇੱਕ ਤੇ ਘਿਰਨਾ ਕੀਤੀ, ਤੇ ਉਹਨੂੰ ਕਿਹਾ ਤੂੰ ਕੁਚੱਜਾ ਹੈਗਾ ਤੇ ਤੂੰ ਪੇਂਡੂ ਗਵਾਰ ਹੈਗਾ, ਠੀਕ ਹੈ। ਸ਼ੀ ਸੈਡ ਸ਼ੀ ਕੁਡ ਨਾਟ ਅਫੋਰਡ ਟੂ ਬਾਈ ਹਿਮ ਬੁੱਕਸ 5 times a month। ਤੇ ਉਹਨੇ ਕਿਹਾ ਉਹਦੇ ਕੋਲ ਇੰਨੀ ਹਿੰਮਤ ਨਹੀਂ ਸੀ, ਇੰਨੀ ਸਮਰੱਥਾ ਨਹੀਂ ਹੈਗੀ ਮੇਰੇ ਕੋਲ। ਉਹਦੀ ਮਾਮੀ ਨੇ ਕਿਹਾ ਕਿ ਤੈਨੂੰ ਮੈਂ ਇੱਕ ਮਹੀਨੇ ਵਿੱਚ ਪੰਜ ਵਾਰੀ ਕਿਤਾਬਾਂ ਲੈ ਕੇ ਨਵੀਆਂ ਨਵੀਆਂ ਦਵਾਂ, ਠੀਕ ਹੈ। ਇਹ ਉਹਦਾ ਸੀ ਬਿਹੇਵੀਅਰ ਉਹਦੀ ਮਾਮੀ ਦਾ। Question number 11. What was the immediate reason for Fatik's departure from his uncle's house? ਕਹਿੰਦੇ ਇੱਕਦਮ immediate reason ਮੰਨ ਕੇ ਉਸੇ ਵੇਲੇ ਦਾ ਕਾਰਨ ਕੀ ਸੀ ਫਾਟਕ ਦਾ ਡਿਪਾਰਚਰ ਮਾਨੇ ਰਵਾਨਗੀ, ਵੀ ਉਹ ਆਪਣੇ ਅੰਕਲ ਦੇ ਘਰ ਤੋਂ ਰਵਾਨਾ ਹੋ ਗਿਆ, ਚਲਾ ਗਿਆ, ਨਜ਼ਰ ਨਹੀਂ ਆਇਆ, ਗਾਇਬ ਹੋ ਗਿਆ ਸੀਗਾ। ਉਹਦਾ ਯਕਦਮ ਕੀ ਕਾਰਨ ਸੀ, ਉਸੇ ਵੇਲੇ ਦਾ ਕਾਰਨ ਕੀ ਸੀ? ਸੋ ਜਵਾਬ ਹੈ one day, ਇੱਕ ਦਿਨ, ਫਾਟਕ had a bad headache, अर्थात फाटक ਨੂੰ ਬੜੀ ਬੁਰੀ ਤਰ੍ਹਾਂ ਸਿਰ ਪੀੜ ਹੋਈ, ਐਂਡ ਆ ਫਿਟ ਆਫ ਸ਼ਿਵਰਿੰਗ, ਸ਼ਿਵਰਿੰਗ ਹੁੰਦੀ ਕਾਂਬਾ, ਤੇ ਫਿਟ ਆਫ ਸ਼ਿਵਰਿੰਗ ਕਾਂਬੇ ਦਾ ਦੌਰਾ ਪੈਣਾ। ਮਲੇਰੀਆ ਵਿੱਚ ਇੱਦਾਂ ਹੋ ਜਾਂਦਾ ਬੱਚਿਓ, ਕਈ ਵਾਰ ਨਾ ਬੜੇ ਝਟਕੇ ਲੱਗਦੇ ਨੇ, ਬੜੇ ਜ਼ਬਰਦਸਤ ਦੰਦ ਵੱਜਣ ਲੱਗ ਜਾਂਦੇ ਨੇ, ਤੇ ਬੜਾ ਕਾਂਬਾ ਛੱਡਦਾ, ਤੇ ਕੁਝ ਸਕਿੰਟਾਂ ਤੱਕ ਮਿੰਟਾਂ ਤੱਕ ਰਹਿੰਦਾ, ਤੇ ਫਿਰ ਨਾਰਮਲ ਹੋ ਜਾਂਦਾ, ਉਹਨੂੰ ਕਹਿੰਦੇ ਦੌਰਾ। ਸੋ ਵਨ ਡੇ ਫਾਟਿਕ ਹੈਡ ਅ ਬੈਡ ਹੈਡੇਕ ਐਂਡ ਅ ਫਿਟ ਆਫ ਸ਼ਿਵਰਿੰਗ, ਬੜਾ ਭੈੜਾ ਸਿਰ ਦਰਦ ਹੋਇਆ ਤੇ ਉਹਨੂੰ ਕਾਂਬੇ ਦਾ ਦੌਰਾ ਪਿਆ। ਹੀ ਫੀਅਰਡ ਮਲੇਰੀਆ ਕਮਿੰਗ, ਉਹਨੂੰ ਡਰ ਲੱਗਿਆ ਵੀ ਹੁਣ ਮੈਨੂੰ ਮਲੇਰੀਆ ਹੋਣ ਵਾਲਾ ਹੈ, ਉਹਨੂੰ ਸ਼ੱਕ ਪੈ ਗਿਆ ਕਿ ਮੈਨੂੰ ਮਲੇਰੀਆ ਹੋਣ ਵਾਲਾ ਹੈ। ਐਂਡ ਗॉट ਵਰਿਡ, ਤੇ ਇਸ ਗੱਲ ਤੋਂ ਚਿੰਤਿਤ ਹੋਇਆ that he might be a nuisance to his aunt, ਤੇ ਉਹਨੂੰ ਇਸ ਗੱਲ ਦਾ ਡਰ ਕਾਹਦਾ ਹੋਇਆ, ਫਿਕਰ ਪੈ ਗਿਆ ਕਿ ਹੁਣ ਮੇਰੀ ਆਂਟੀ ਲਈ ਇੱਕ ਨਵਾਂ ਪੁਆੜਾ ਪੈ ਜਾਏਗਾ। ਸੋ nuisance ਬਣੇ ਪੁਆੜਾ, ਮੁਸੀਬਤ, ਵੀ ਉਹਨੇ ਕਹਿਣਾ ਇੱਕ ਤੇ ਮੈਨੂੰ ਚੰਗੇ ਭਲੇ ਨੂੰ ਦੇਖ ਕੇ ਰਾਜੀ ਨਹੀਂ, ਤੁਰਦੇ ਫਿਰਦੇ ਨੂੰ ਕੰਮ ਕਰਦੇ, ਤੇ ਹੁਣ ਮੈਂ ਜੇ ਬਿਮਾਰ ਪੈ ਗਿਆ ਤੇ ਉਹਨਾਂ ਲਈ ਹੋਰ ਮੁਸੀਬਤ ਹੋ ਜਾਏਗੀ, ਡਾਕਟਰੀ ਸੇਵਾ ਤੇ ਹੋਰ ਇੱਧਰ ਉੱਧਰ ਦੀ ਸੇਵਾ, ਹੈ ਨਾ। ਤੇ ਹੀ ਗॉट ਵਰਿਡ that he might be a nuisance to his aunt, nuisance ਮਾਨੇ ਮੁਸੀਬਤ, ਪੁਆੜਾ, ਹੈ ਨਾ, ਖਜਲ ਖੁਆਰੀ ਆਪਣੀ ਆਂਟੀ ਵਾਸਤੇ ਮੈਂ ਹੋਰ ਵੱਧ ਜਾਏਗੀ। ਹੈਂਸ ਦੀ ਡਿਪਾਰਚਰ ਫਰੋਮ ਹਿਜ਼ ਅੰਕਲਸ ਹੋਮ, ਇਸੀ ਕਰਕੇ ਉਹ ਆਪਣੇ ਅੰਕਲ ਦੇ ਘਰ ਤੋਂ, ਮਾਮੇ ਦੇ ਘਰ ਤੋਂ ਫੁਰਲ ਹੋ ਗਿਆ, ਮਤਲਬ ਕਿ ਉੱਥੋਂ ਗਾਇਬ ਹੋ ਗਿਆ, ਘਰ ਨਹੀਂ ਆਇਆ। ਤੇ ਉਹ ਜਦੋਂ ਉਹਨਾਂ ਨੇ ਫਿਰ ਪੁਲਿਸ ਵਿੱਚ ਰਿਪੋਰਟ ਲਿਖਾਈ ਸੀ, ਤੇ ਪੁਲਿਸ ਵਾਲੇ ਉਹਦੀ ਉਹਨੂੰ ਬਿਮਾਰ ਦੀ ਹਾਲਤ ਵਿੱਚ ਲੈ ਕੇ ਆਏ ਸੀ ਘਰ, ਠੀਕ ਹੈ। क्वेश्चन नंबर 12 एंड 13 आखिरी स्लाइड है। वाई डिड बिशंबर सेंड फॉर हिज सिस्टर, बिशंबर कौन सी बच्चियों, वो फाटक का मामा सी, ठीक है, फाटक की माँ का भरा ਜਿਹਦੇ ਘਰ ਠਹਿਰਿਆ ਹੋਇਆ ਸੀਗਾ। ਕਹਿੰਦੇ ਵਾਈ ਡਿਡ ਬਿਸ਼ੰਬਰ ਸੈਂਡ ਫॉर हिज, ਸੈਂਡ ਫॉर ਹੁੰਦਾ ਬੁਲਾਣਾ, ਅਰਥਾਤ ਬਿਸ਼ੰਬਰ ਨੇ ਆਪਣੀ ਭੈਣ ਨੂੰ ਕਿਉਂ ਬੁਲਵਾਇਆ। ਭੈਣ ਕੌਣ ਸੀ ਉਹਦੀ, ਉਹਦੀ ਮਣੀ ਫਾਟਕ ਦੀ ਮਾਂ, ਠੀਕ ਹੈ। ਫਾਟਕ ਵਾਸ ਕ੍ਰਿਟੀਕਲੀ ਇਲ ਐਂਡ ਡਿਲੀਰੀਅਸ, क्रिटिकली इल होंदा बच्चों, इल इल होंदा बीमार, क्रिटिकली मैंने बहुत बुरी तरह बीमार, बड़े खतरे वाली स्थिति जिहड़ी हुंदी है, जिते खतरनाक स्थिति वाला बीमार सी। एंड डिलीरियस होंदा है जदों बंदा अर्ध बेहोशी विच अवा तवा बोलदा है, दिमागी तौर ते बहुत बंदा एजीटेटेड हो जाता है, दिमाग कम नहीं करता, दिमाग की दिशाहीन जी हो जाती है, तो अवा तवा बोलदा, उन्हें नहीं पता लगता मैं कित्थे हाँ की कर रहा, अजीबोगरीब सपने आते हैं, अर्ध बेहोशी जी होंदी, उन्होंने कहते डिलीरियस, ठीक है। सो फाटक वाज क्रिटिकली इल एंड डिलीरियस, ही लॉन्ग्ड टू सी हिज मदर, अर्थात उन्होंने अपनी मां नूं देखण दी बड़ी तांग सी, चाह सी। दैट इज वाई विशंबर सेंड फॉर हिज सिस्टर, इस करके विशंबर ने अपनी भैन नूं बुलाया कि वह बुखार है, तो उन्होंने उत्थे पिंड ते भेज नहीं सकते सी इन्नी बीमारी की हालत दे विच, इन्नी बुरी हालत विच, ते उन्हें फिर अपनी भैन नूं बुला लिया, तो अपनी मां नूं मिलना भी चाहता सी। फिर कहते वट वर फाटिक्स लास्ट वर्ड्स, कहते फाटक दे आखिरी बोल किहड़े सी। सो ये बड़ा सौखा है बच्चों, फाटिक्स लास्ट वर्ड्स वर, इदां लिख देना है, फाटिक्स लास्ट वर्ड्स वर, सेमीकोलन पा दो, मदर माँ, दी हॉलीडेज हैव कम, अर्थात छुट्टियां आ गई हन या छुट्टियां हो गई हन। सो ऐसी प्यारे विद्यार्थियों तुहाडे इस लैसन दे 13 क्वेश्चनस एंड आंसरस, तुसीं इसी तरह नेम नाल अनुशासन नाल अपनी पढ़ाई करी चलो, ते अगले वीडियो तक लिए गुड बाय। तुहाडा सारिआं दा बहुत बहुत धन्नवाद, रब रखा, थैंक यू वेरी मच।